ਗੁਰਦਾਸਪੁਰ ਸ਼ਹਿਰ ਦੇ ਅਬਰੋਲ ਹਸਪੀਟਲ ਦੇ ਵਿੱਚ ਪਹੁੰਚੇ ਆ। ਅਬਰੋਲ ਹਸਪੀਟਲ ਦੇ ਵਿੱਚ ਦੇਖੋ ਗੁਰਦਾਸਪੁਰ ਦੇ ਲੋਕ ਇਹ ਜਾਣਨਾ ਬਹੁਤ ਜ਼ਰੂਰੀ ਸਮਝਦੇ ਨੇ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਜਿਹੜੇ ਹਸਪੀਟਲ ਨੇ ਆਖਿਰਕਾਰ ਉਹਨਾਂ ਦੇ ਵਿੱਚ ਸਹੂਲਤ ਕਿਹੜੀ ਆ, ਕਿਉਂ ਅੰਮ੍ਰਿਤਸਰ ਨੂੰ ਜਾਣਾ ਪੈਂਦਾ ਔਰ ਕਿਉਂ ਵੱਡੇ ਸ਼ਹਿਰਾਂ ਨੂੰ ਜਾਣਾ ਪੈਂਦਾ। ਤੇ ਅਸੀਂ ਪਹਿਲਾਂ ਵੀ ਬੜੇ ਹਸਪੀਟਲ ਐਕਸਪਲੋਰ ਕੀਤੇ ਨੇ, ਉਹਨਾਂ ਦੇ ਵਿੱਚ ਅਸੀਂ ਦੱਸਿਆ ਕਿ ਕਿਹੜੇ ਹਸਪੀਟਲ ਦੇ ਵਿੱਚ ਕੀ ਫੈਸਿਲਿਟੀ ਆ। ਅੱਜ ਅਸੀਂ ਗੁਰਦਾਸਪੁਰ ਦੇ ਅਬਰੋਲ ਹਸਪੀਟਲ ਦੇ ਵਿੱਚ ਪਹੁੰਚੇ ਆ। ਉਹਨਾਂ ਦੀ ਟੀਮ ਨਾਲ, ਉਹਨਾਂ ਦੀ ਮੈਨੇਜਮੈਂਟ ਨਾਲ ਆਪਾਂ ਗੱਲ ਕਰਨੀ ਹੈ। ਪਹਿਲਾਂ ਤੇ ਨਮਸਤੇ ਮੈਡਮ ਜੀ, ਡਾਕਟਰ ਪਲਵੀ ਜੀ। ਹੈਲੋ ਸਰ। ਡਾਕਟਰ ਪਲਵੀ ਨੇ ਯੂਨਿਟ ਹੈਡ ਨੇ ਅਬਰੋਲ ਹਸਪੀਟਲ ਦੇ। ਡਾਕਟਰ ਸਾਹਿਬ, ਗੁਰਦਾਸਪੁਰ ਸ਼ਹਿਰ ਦੇ ਲੋਕ ਜਿਹੜਾ ਜ਼ਿਆਦਾਤਰ ਜਾਣਨਾ ਚਾਹੁੰਦੇ ਨੇ ਕਿ ਆਪਾਂ ਜਿਹੜੇ ਹਸਪੀਟਲ ਦੇ ਵਿੱਚ ਟ੍ਰੀਟਮੈਂਟ ਕਰਾਉਣ ਜਾਣਾ ਉਹਦੇ 'ਚ ਫੈਸਿਲਿਟੀ ਕਿਹੜੀ ਆ, ਤੇ ਆਪਾਂ ਅੱਜ ਹਸਪੀਟਲ ਪੂਰਾ ਤੁਹਾਡਾ ਦੇਖਣਾ ਜੀ, ਤੇ ਲੋਕਾਂ ਨੂੰ ਵੀ ਦੱਸਣਾ ਵੀ ਫੈਸਿਲਿਟੀ ਕਿਹੜੀ ਆ। नमस्कार, माई सेल्फ डॉक्टर पलवी नागपाल। मैं यूनिट हैड अबरोल हॉस्पिटल गुरदासपुर, जो कि EMC हॉस्पिटल का एक यूनिट है। यू नो कि बहुत सालों तो EMC हॉस्पिटल ਆਪਾਂ ਨੂੰ ਅਰਾਊਂਡ 4 to 5 ਇਅਰਸ ਤੋਂ ਮਲਟੀਪਲ ਹੈਲਥ ਸਰਵਿਸਿਜ਼ ਦੇ ਰਿਹਾ, ਜੋ ਕਿ EMC ਤੋਂ ਪਹਿਲਾਂ ਆਈ ਥਿੰਕ ਪੋਸੀਬਲ ਨਹੀਂ ਸੀ ਗੁਰਦਾਸਪੁਰ ਜਾਂ ਆਸ-ਪਾਸ ਦੇ ਲੋਕਾਂ ਲਈ। मैं बहुत सारे लोगों को देखा कि 90% लोग से जो अमृतसर या चंडीगढ़ लुधियाना जाके अपना ट्रीटमेंट करवाते थे, क्योंकि इतने बहुत सारे लोगों को अवेयर नहीं सी की फैसिलिटी है या हॉस्पिटल कोई प्रोवाइड कराने उत्थे पॉसीबल भी नहीं सी। हुण विदिन 4 इयर्स EMC हॉस्पिटल अपनी जो कि हैल्थ सर्विसिज लई जानिया जाना मल्टीपल अपनी फैसिलिटी, एमरजेंसी, ICU, क्रिटिकल केयर, कैथ लैब, न्यूरो सर्जरी, स्पाइन सर्जरी शुरू करिए जी। सारा हॉस्पिटल देखिए, स्टार्टिंग किथों करते हैं आपण? एमरजेंसी तो स्टार्ट करांगे। चलो एमरजेंसी देखते हैं जी। हॉस्पिटल ਦੀ ਐਮਰਜੈਂਸੀ ਦੇਖਦੇ ਆ। ਵੈਸੇ ਤਾਂ ਰੱਬ ਕਿਸੇ ਨੂੰ ਲੋੜ ਨਾ ਪਾਵੇ, ਪਰ ਲੇਕਿਨ ਹਸਪੀਟਲਾਂ ਵਿੱਚ ਕਿਹੜੀ ਸਹੂਲਤ ਆ ਉਹ ਦੇਖਣਾ ਜ਼ਰੂਰੀ ਆ। the first 15 bedded emergency है, तो well equipped है with ventilator, monitor, BiPAP, each and everything इथे, और proper doctors ਦਾ backup है। कितने बेड है मैडम इस 15 bedded emergency है, fully equipped है। 2 डॉक्टर इथे 24/7 अवेलेबल रहंदे। कोई भी पेशेंट आंदा है, सिर दी सੱਟ है, स्पाइन सर्जरी है, कोई सੱਪ ਦਾ ਕੱਟਿਆ ਹੋਇਆ ਹੈ, ਪੋਇਜ਼ਨਿੰਗ ਕੇਸ ਆ ਜੇ, ਮੀਨਸ ਈਚ ਐਂਡ ਐਵਰੀ ਪੇਸ਼ੈਂਟ, ਜਿਵੇਂ ਟਰੋਮਾ ਦੇ ਕੇਸ ਆਉਂਦੇ ਆ, ਕ੍ਰਿਟੀਕਲ ਕੇਅਰ ਦੇ ਵਿੱਚ ਆਉਂਦੇ ਆ, ਉਹ ਆਪਾਂ ਇੱਥੇ ਅਟੈਂਡ ਕਰਦੇ ਹਾਂ। ਹਰ ਤਰ੍ਹਾਂ ਦਾ ਪੇਸ਼ੈਂਟ ਵੀ ਆਰ ਏਬਲ ਟੂ ਮੈਨੇਜ। ਉਹੀ ਕੋਈ ਵੀ ਪੋਲੀਟਰਾਮਾ ਆਉਂਦਾ ਹੈ, ਮਲਟੀਪਲ ਫ੍ਰੈਕਚਰ ਹੈ ਪੇਸ਼ੈਂਟ ਨੂੰ, ਕੋਈ ਸਿਰ ਦੀ ਸੱਟ ਹੈ, ਇਨਸਟੈਂਟ ਆਪਰੇਟ ਵੀ ਹੋਣਾ ਹੈ, ਤਾਂ ਵੀ ਉਹ ਪੇਸ਼ੈਂਟ ਆਪਾਂ ਸਭ ਤੋਂ ਪਹਿਲਾਂ ਐਮਰਜੈਂਸੀ ਦੇ ਵਿੱਚ। ਡਾਕਟਰ ਫਿਰ ਮੈਡਮ ਔਨ ਕਾਲ ਰਹਿੰਦੇ ਨੇ, ਇੱਥੇ ਬੈਠਦੇ ਡਾਕਟਰ ਸਾਰੇ? ਨਿਊਰੋ ਸਰਜਨ ਆਪਣੇ ਕੋਲ ਇਨ ਹਾਊਸ ਹੈ, 2 ਨਿਊਰੋ ਸਰਜਨ ਹੈ, ਡਾਕਟਰ ਮੁਕੇਸ਼ ਵਿਜ ਔਰ ਡਾਕਟਰ ਇਸ਼ਤਿਆਕ। ਉਸ ਤੋਂ ਇਲਾਵਾ ਡਾਕਟਰ ਜ਼ਾਹਿਦ ਏਮਜ਼ ਦਿੱਲੀ ਤੋਂ, ਜੋ ਕਿ ਕ੍ਰਿਟੀਕਲ ਕੇਅਰ ਦੇ ਐਕਸਪਰਟ ਹੈ, ਉਹ ਆਪਣੇ ਇਨ ਹਾਊਸ ਫੈਸਿਲਿਟੀ ਦਿੰਦੇ ਆ। 2 ਡਾਕਟਰ ਐਮਰਜੈਂਸੀ ਦੇ ਵਿੱਚ 24/7 ਡੇ ਨਾਈਟ ਆਪਣੀਆਂ ਸਰਵਿਸਿਜ਼ ਦਿੰਦੇ ਆ, ਤਾਂ ਕਿ ਹਰ ਪੇਸ਼ੈਂਟ ਨੂੰ ਪ੍ਰੋਪਰ ਫੈਸਿਲਿਟੀ ਮਿਲ ਸਕੇ। ਜਿਹੜੇ ਕਈ ਵਾਰ ਹੁੰਦਾ ਕਿ ਹਾਰਟ ਪੇਨ ਕਰਕੇ ਲੋਕਾਂ ਨੂੰ ਸਟੰਟਿੰਗ ਵਾਸਤੇ ਅੰਮ੍ਰਿਤਸਰ ਜਾਣਾ ਪੈ ਰਿਹਾ, ਔਰ ਹੈ ਵੀ ਇਦਾਂ ਗੁਰਦਾਸਪੁਰ ਚ ਇਦਾਂ ਹੀ ਹੋ ਰਿਹਾ। ਜ਼ਿਆਦਾਤਰ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਸਟੰਟ ਪੈਣਾ ਜੀ ਅੰਮ੍ਰਿਤਸਰ ਭੇਜ ਦਿਓ। ਇਹ ਅੱਜ ਤੋਂ 2-3 ਸਾਲ ਪਹਿਲਾਂ ਹੁੰਦਾ ਸੀ, ਜਦੋਂ ਤੋਂ EMC ਨੇ ਅਬਰੋਲ ਹਸਪੀਟਲ ਓਵਰਟੇਕ ਕੀਤਾ ਜਾਂ ਸਰਵਿਸਿਜ਼ ਦੇ ਰਿਹਾ। 99% ਪੇਸ਼ੈਂਟ ਅਸੀਂ ਇੱਥੇ ਟ੍ਰੀਟ ਕਰ ਰਹੇ ਹਾਂ। ਇੱਕ ਕਾਰਡੀਅਕ ਪੇਸ਼ੈਂਟ ਦੇ ਵਿੱਚ ਵੀ ਵਿੰਡੋ ਪੀਰੀਅਡ ਹੁੰਦਾ ਹੈ ਜੀ, ਮੀਨਸ ਕਈ ਵਾਰੀ ਪੇਸ਼ੈਂਟ ਆਉਂਦਾ ਉਹਦੇ ਕੋਲ 1 ਆਵਰ ਹੁੰਦਾ ਹੈ, ਕਈ ਬਹੁਤ ਸਾਰੇ ਪੇਸ਼ੈਂਟ ਹੁੰਦੇ ਆਪਾਂ ਸਟੰਟ ਤੋਂ ਬਚਾਉਂਦੇ ਹਾਂ। ਜਿਹੜਾ ਆਪਣਾ ਇਨੀਸ਼ੀਅਲ ਟਾਈਮ ਪੀਰੀਅਡ ਹੁੰਦਾ, ਅਗਰ ਉਹਦੇ ਵਿੱਚ ਆਪਾਂ ਪੇਸ਼ੈਂਟ ਨੂੰ ਟ੍ਰੀਟਮੈਂਟ ਸਟਾਰਟ ਕਰ ਦਿੰਦੇ ਹਾਂ, ਤਾਂ ਬਹੁਤ ਸਾਰੇ ਪੇਸ਼ੈਂਟ ਹੈ ਸਟੰਟ ਵੱਲ ਜਾਣ ਤੋਂ ਰੁਕ ਜਾਂਦੇ। ਹਾਂ, ਇਨ ਕੇਸ ਜਿਹੜੇ ਪੇਸ਼ੈਂਟ ਨੂੰ ਸਟੰਟ ਦੀ ਨੀਡ ਹੈ, ਇਹਨੂੰ ਥ੍ਰੋਮਬੋਲਾਈਜ਼ ਕਰਨੇ ਹਾਂ ਥ੍ਰੋਮਬੋਲਾਈਜ਼ ਕਰਦੇ ਆ। ਅਗਰ ਇਨ ਪੇਸ਼ੈਂਟ ਕੇਸ ਸਟੰਟ ਦੀ ਨੀਡ ਹੈ, ਤੇ ਆਪਣੇ ਕੋਲ ਕੈਥ ਲੈਬ ਹੈ, 24/7 ਕਾਰਡੀਓਲੋਜਿਸਟ ਹੈ, 2 ਕਾਰਡੀਓਲੋਜਿਸਟ ਹੈ, ਇੱਥੇ ਬੈਠਦੇ ਨੇ। ਬਿਲਕੁਲ ਬੈਠਦੇ ਆ। ਇਹ ਤਾਂ ਨਹੀਂ ਕਿ ਔਨ ਕਾਲ ਨਹੀਂ, ਉਹ ਵੀ ਆਪਣੇ ਕੋਲ ਬੈਠਦੇ ਆ। ਸਟੰਟ ਦੀ ਨੀਡ ਹੈ ਤੇ ਐਟ ਅ ਟਾਈਮ ਆਪਾਂ ਵੀ ਸਰਵਿਸਿਜ਼ ਪ੍ਰੋਵਾਈਡ ਸੋ ਇੱਕ ਵਾਰੀ ਐਮਰਜੈਂਸੀ ਦੁਬਾਰਾ ਮੈਂ ਕਹਾਂਗਾ ਤਸਵੀਰਾਂ ਦਿਖਾਈਆਂ ਜਾਣ, ਕਿਉਂਕਿ ਇਹ ਅਬਰੋਲ ਹਸਪੀਟਲ ਦੀ ਐਮਰਜੈਂਸੀ ਆ, ਔਰ 15 ਬੈੱਡ ਇਸ ਐਮਰਜੈਂਸੀ ਦੇ ਵਿੱਚ ਨੇ, ਔਰ ਡਾਕਟਰ MBBS ਬੈਠਦੇ ਨੇ ਸਾਹਮਣੇ। ਯੈਸ ਸਾਰੀ ਟੀਮ ਹੈ, ਕ੍ਰਿਟੀਕਲ ਕੇਅਰ ਦੀ ਹੈ, DNB ਮੈਡੀਸਿਨ ਹੈ, ਉਹ ਸਾਰੇ ਬੈਠਦੇ। ਸੋ ਇਹ ਇਹਨਾਂ ਦੀ ਐਮਰਜੈਂਸੀ। ਮੈਡਮ ਹੋਰ ਆਪਾਂ ਦੇਖੀਏ ਜੀ ਕੁਝ ਅੱਗੇ ਡਾਇਲਿਸਿਸ ਰੂਮ ਹੈ। ਡਾਇਲਿਸਿਸ ਦੇ ਵਿੱਚ ਕਿੰਨੇ ਬੈੱਡ ਹੈ ਜੀ? 7 ਬੈੱਡ ਡਾਇਲਿਸਿਸ ਹੈ ਵਿਦ 7 ਮਸ਼ੀਨਸ ਹੈ। ਓਕੇ। ਕੋਈ ਵੀ CHS ਪੇਸ਼ੈਂਟ ਆਂਦਾ ਹੈ, ਕੈਸ਼ ਪੇਸ਼ੈਂਟ, ਡੇ ਨਾਈਟ 24/7 ਸਾਡੇ ਟੈਕਨੀਸ਼ੀਅਨ, ਡਾਕਟਰ, ਨੈਫਰੋਲੋਜਿਸਟ, 3 ਨੈਫਰੋਲੋਜਿਸਟ ਆਪਣੇ ਕੋਲ, ਜੋ ਕਿ ਗੁਰਦਾਸਪੁਰ ਦੇ ਲਈ ਇੱਕ ਬੜੀ ਵੱਡੀ ਚੀਜ਼ ਹੈ। DM ਨੈਫਰੋ, ਅੱਛਾ, ਉਹ ਆਪਣਾ 2 ਦਿਨ ਕਵਰ ਦਿੰਦੇ ਆ, ਮਤਲਬ 6 ਡੇਜ਼ ਆਪਾਂ ਨੈਫਰੋਲੋਜਿਸਟ ਕਵਰ ਦੇ ਰਹੇ ਹਾਂ। ਮਤਲਬ ਕੋਈ ਇਹ ਨਹੀਂ ਐਬਸੈਂਟ ਨਹੀਂ ਰਹਿੰਦਾ ਕੋਈ ਡਿਊਟੀ ਦੇ ਦੌਰਾਨ। ਨੈਫਰੋਲੋਜਿਸਟ ਹੈ ਆਪਣੇ ਕੋਲ, ਮੈਨ ਪਾਵਰ ਡਾਕਟਰਸ ਹੈ ਪੂਰੇ 7 ਡੇਜ਼ ਆਪਾਂ 24/7 ਨਾਈਟ 'ਚ ਵੀ ਕਿਸੇ ਪੇਸ਼ੈਂਟ ਨੂੰ ਲੱਗਦਾ ਹੈ
ਤੇ ਆਪਾਂ ਡਾਇਲਿਸਿਸ ਦੀ ਨੀਡ ਹੈ ਤੇ ਉਹ ਵੀ ਕਰਵਾ ECHS ਦੇ ਵਿੱਚ ਡਾਇਲਿਸਿਸ ਫ੍ਰੀ ਹੈ, ਬਿਲਕੁਲ ਫ੍ਰੀ, ਇੰਸ਼ੋਰੈਂਸ ਦੇ ਵਿੱਚ ਫ੍ਰੀ। ਅੱਜ ਕੱਲ ਕਿਡਨੀ ਦੀ ਪ੍ਰੋਬਲਮ ਬਹੁਤ ਕਾਮਨ ਹੋ ਗਈ ਹੈ, ਕਾਮਨ ਹੋ ਗਈ। ਬਹੁਤ ਸਾਰੇ ਪੇਸ਼ੈਂਟ ਹੈ ਜੋ ਸਫਰ ਕਰਦੇ, ਇਸ ਲਈ ਸਾਨੂੰ ਇਹ ਸਭ ਚੀਜ਼ਾਂ ਨੂੰ ਮੱਦੇਨਜ਼ਰ ਰੱਖਦੇ ਅਸੀਂ ਇਸ ਡਿਪਾਰਟਮੈਂਟ ਨੂੰ ਕਾਫੀ ਸਟਰੋਂਗ ਬਣਾਇਆ ਕਿ ਪੇਸ਼ੈਂਟਸ ਨੂੰ ਸਫਰ ਨਾ ਕਰਨਾ ਪਏ। ਕੋਈ ਵੀ ਪੇਸ਼ੈਂਟ OPD ਤੇ ਆਂਦਾ ਹੈ, ਐਡਮਿਟ ਹੈ, ਡਾਇਲਿਸਿਸ ਹੈ, ਤੇ ਉਹ ਸਾਰੀ ਫੈਸਿਲਿਟੀਜ਼ ਅਸੀਂ ਦੇ ਰਹੇ ਹਾਂ। ਤੇ ਇਹ ਐਮਰਜੈਂਸੀ ਹੋ ਗਿਆ, ਡਾਇਲਿਸਿਸ ਹੋ ਗਿਆ, ਬਿਲਕੁਲ ਇੱਕ ਤੇ ਪੋਜ਼ਿਟਿਵ ਪੁਆਇੰਟ ਇਹ ਹੈ ਕਿ ਜਦੋਂ ਕਿਸੇ ਨੂੰ ਕ੍ਰਿਟੀਕਲ ਕੇਅਰ ਦੇ ਵਿੱਚ ਜਾਂ ਜ਼ਰੂਰਤ ਪੈਂਦੀ ਹੈ ਐਮਰਜੈਂਸੀ ਦੇ ਵਿੱਚ, ਕੋਈ ਰਸਤੇ 'ਚ ਟ੍ਰੈਫਿਕ ਨਹੀਂ ਹੈ, ਤਸਵੀਰ ਵੀ ਤੁਸੀਂ ਦੇਖ ਲਓ, ਔਰ ਪਾਰਕਿੰਗ ਬਿਲਕੁਲ ਇੱਕ ਸਾਈਡ ਤੇ ਹੈ ਤੇ ਬੰਦਾ ਈਜ਼ੀ ਅਪਰੋਚ ਇੱਥੇ ਜਿਹੜੀ ਹੋ ਜਾਂਦੀ ਹੈ। ਡਾਇਰੈਕਟ ਪੇਸ਼ੈਂਟ ਲਈ ਆਣਾ ਬਹੁਤ ਈਜ਼ੀ ਹੈ, ਡਾਇਰੈਕਟ ਪੇਸ਼ੈਂਟ ਲਈ ਆਣਾ। ਪੇਸ਼ੈਂਟ ਸਿੱਖ ਹੈ। ਹੋਰ ਦੇਖਦੇ ਮੈਡਮ ਹਸਪੀਟਲ ਹੈ ਨਾ, ਸਾਰਾ ਹਸਪੀਟਲ ਅੱਜ ਐਕਸਪਲੋਰ ਕਰਦੇ ਹਾਂ ਜੀ। ਬਿਲਕੁਲ। ਸੋ ਜਿਵੇਂ ਕਿ ਕੋਈ ਮਿਸ ਹੈਪਨਿੰਗ ਹੋ ਜਾਂਦੀ ਰੋਡ ਤੇ, ਹੈ ਨਾ, ਅਬਰੋਲ ਹਸਪੀਟਲ ਦੀ ਐਮਰਜੈਂਸੀ ਕਾਲ ਨੰਬਰ ਹੋਏਗਾ ਕੋਈ, ਉਹਦੇ ਤੇ ਕਾਲ ਆਉਂਦੀ। ਆਪਣੇ ਕੋਲ ਐਂਬੂਲੈਂਸ ਕਿੰਨੀ ਹੈਗੀ? ਵੀ ਹੈਵ 3 ਐਂਬੂਲੈਂਸ, ਇੱਕ ACLS ਹੈ ਜਿਹਦੇ ਵਿੱਚ ਵੈਂਟੀਲੇਟਰ, ਮੋਨੀਟਰ, ਸਾਰੀ ਫੈਸਿਲਿਟੀ ਹੈ। ਕੋਈ ਵੀ ਪੇਸ਼ੈਂਟ ਆਏ, ਸਿਕ ਪੇਸ਼ੈਂਟ ਨੂੰ ਵੈਂਟੀਲੇਟਰ ਤੇ ਲਿਆਣਾ ਤੇ ਉਹਦੇ ਲਈ ਆਪਣਾ ਸਟਾਫ ਔਰ ਡੈਡੀਕੇਟਿਡ ਐਂਬੂਲੈਂਸ ਡਰਾਈਵਰ ਹੈ। ਇਸ ਤੋਂ ਇਲਾਵਾ ਵੀ 2 ਐਂਬੂਲੈਂਸ ਹੋਰ ਜੋ ਆਪਣੇ ਕੋਲ ਆਲ ਓਵਰ 24/7 ਅਵੇਲੇਬਲ। ਜੀ ਪਹਿਲਾਂ ਦੇਖ ਲਈ ਮੈਡਮ ਯੈਸ, OPD ਦੀਆਂ ਤਸਵੀਰਾਂ ਇੱਕ ਵਾਰੀ ਜ਼ਰੂਰ ਦੇਖਣੀਆਂ ਪੈਂਦੀਆਂ, ਕਿਉਂਕਿ ਵੈਸੇ ਡਾਕਟਰ ਕਿੰਨੇ ਬੈਠਦੇ ਜੀ ਐਟ ਸਾਰੀ ਫੈਸਿਲਿਟੀ? ਕਾਰਡੀਓਲੋਜਿਸਟ ਹੈ, ਆਰਥੋਪੈਡਿਕਸ, MD ਮੈਡੀਸਿਨ, ਸਰਜਨ, ਪਲਮੋਨੋਲੋਜਿਸਟ, ਨੈਫਰੋਲੋਜਿਸਟ, ਡੇਲੀ OPDs ਹੁੰਦੀ ਹੈ ਨਾ ਉਹਨਾਂ ਦੀਆਂ, ਕਿਉਂਕਿ OPD ਤੋਂ ਹੀ ਆਪਣਾ ਪੇਸ਼ੈਂਟ ਹੈ ਫੋਲੋਅਪ ਚਾਹੇਗਾ ਤੇ ਉਹਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਨਾ ਪੇਸ਼ੈਂਟ ਡਾਕਟਰ ਨੂੰ ਮਿਲਣਾ। ਇਧਰ ਆਪਣੇ ਕਾਰਡੀਓਲੋਜਿਸਟ ਬੈਠੇ ਹੋਏ ਹੈ। कार्डियोलॉजिस्ट रूम है पूरा? कार्डियोलॉजिस्ट रूम है, कार्डियोलॉजिस्ट है डॉक्टर माजिद, बिल्कुल 3 डेज है आंदे, 3 डेज डॉक्टर संजय है। कोई भी पेशेंट है इको दी नीड है ते एट अ टाइम इको करना, कोई स्टंटिंग है, सारा कुछ अपना। अच्छा, ਇਹ ਵੀ ਮੈਨੂੰ ਪਤਾ ਲੱਗਾ ਹੈ ਕਿ ਆਪਣੇ ਕੋਲ MRI CT और यस वो भी सारी फैसिलिटी इन हाउस। ਜਿਹੜਾ इको मशीन, दिस इज इको मशीन, CT अल्ट्रासाउंड CT MRI इको। ਸੋ ਇਹ ਗੁਰਦਾਸਪੁਰ ਦਾ ਪਹਿਲਾ ਹਸਪੀਟਲ ਹੈ ਜਿੱਥੇ MRI CT ਅਲਟਰਾਸਾਊਂਡ ਔਰ ਇਕੋ ਦੀ ਫੈਸਿਲਿਟੀ ਜਿਹੜੀ ਇੱਕੋ ਹੀ ਮਤਲਬ ਹਸਪੀਟਲ ਦੇ ਵਿੱਚ ਹੈ। ਮਤਲਬ ਫਿਰ ਤਾਂ ਪੇਸ਼ੈਂਟ ਨੂੰ ਖਰਾਬ ਕਰਨ ਦੀ ਲੋੜ ਨਹੀਂ, ਬਿਲਕੁਲ ਕਿਸੇ ਵੀ ਟੈਸਟ ਲਈ ਆਊਟਸਾਈਡ ਨਹੀਂ ਜਾਣਾ ਪੈਂਦਾ, ਸਾਰੀ ਫੈਸਿਲਿਟੀ ਅਬਰੋਲ ਹਸਪੀਟਲ ਦੇ ਇਨ ਹਾਊਸ ਹੀ ਮਿਲਦੀ ਹੈ। ਇਹ ਪਲੱਸ ਪੁਆਇੰਟ ਵੀ, ਕਿਉਂਕਿ ਬਹੁਤ ਸਾਰੇ ਪੇਸ਼ੈਂਟ ਹੁੰਦੇ ਆ ਇੱਕ ਟੈਸਟ ਲਈ ਕਦੀ ਕਿਤੇ ਜਾਣਾ ਪੈਂਦਾ ਹੈ, ਦੂਸਰੇ ਲਈ ਕਿਤੇ, ਤੇ ਉਹ ਬਿਲਕੁਲ ਅਸੀਂ ਇੱਥੇ ਨਹੀਂ ਹੈਗਾ, ਇੱਥੇ ਸਾਰਾ ਕੁਝ ਇੱਕੋ ਕਰਨਾ। ਯੈਸ, ਹੋਰ ਦੇਖੀਏ ਜੀ ਆਪਾਂ। ਯੈਸ, OPD। ਸੋ OPD ਦੇ ਵਿੱਚ ਆ, ਔਰ OPD ਜਿਹੜੀ ਹੈ OPD ਦੇ ਕਿੰਨੇ ਡਾਕਟਰ ਬੈਠਦੇ ਜੀ ਇੱਥੇ? ਆਪਣੇ ਕੋਲ ਨਿਊਰੋ ਸਰਜਨ ਡੇਲੀ ਬੈਠਦੇ ਆ, ਕਾਰਡੀਓਲੋਜਿਸਟ, ਪਲਮੋਨੋਲੋਜਿਸਟ, ਮੈਡੀਸਿਨ ਦੇ, ਸਰਜਰੀ ਦੇ, ਈਚ ਐਂਡ ਐਵਰੀ ਫੈਸਿਲਿਟੀ ਜੋ ਕਿ ਉਹ ਸਾਰੇ, ਜਿਸ ਤਰ੍ਹਾਂ ਮੈਡੀਸਿਨ ਦੇ ਡਾਕਟਰ ਬੈਠੇ ਹੋਏ ਆ। ਮੈਡੀਸਿਨ ਦੇ ਵਿੱਚ ਕੋਈ ਵੀ ਸ਼ੂਗਰ, ਥਾਇਰਾਇਡ, BP ਕਿਸੇ ਵੀ ਤਰ੍ਹਾਂ ਦਾ ਪੇਸ਼ੈਂਟ ਆਂਦਾ ਹੈ ਤੇ ਉਹ ਡਾਕਟਰ ਸਾਹਿਬ MD ਮੈਡੀਸਿਨ ਇਜ਼ 24/7 ਅਵੇਲੇਬਲ। ਕੋਈ ਵੀ ਪੇਸ਼ੈਂਟ ਸ਼ੂਗਰ ਦਾ ਹੈ, ਥਾਇਰਾਇਡ ਹੋ ਗਿਆ, ਹਰ ਤਰ੍ਹਾਂ ਦਾ ਪੇਸ਼ੈਂਟ ਇਹਨਾਂ ਕੋਲ ਆ ਕੇ ਮਿਲਦਾ। ਓਕੇ, ਯੈਸ। ਹੋਰ ਦੇਖਦੇ ਹਾਂ ਜੀ, ਅੱਜ ਦੀ ਸਪੀਡ ਨੂੰ ਜਾਇ ਜ਼ਿਆਦਾ ਵਾ। ਸੋ इज डॉक्टर इश्तियाक, न्यूरो सर्जन, 24/7 इन हाउस फैसिलिटी। कोई भी पेशेंट आंदा है न्यूरो रिलेटेड, स्पाइन दी प्रॉब्लम है, सिर दी सट लगी हुई है, सिर दी सर्जरी होनी है, रीढ़ दी हड्डी दा ऑपरेटर डॉक्टर साहब उसदे विच। अच्छा, ਇਸ ਤੋਂ ਇਲਾਵਾ ਮੈਡਮ ਗਾਇਨੋਕੋਲੋਜਿਸਟ ਦਾ ਤਾਂ ਇੱਥੇ ਨਹੀਂ ਮੇਰੇ ਖਿਆਲ ਨਾਲ? ਨਹੀਂ, ਗਾਇਨੋਕੋਲੋਜਿਸਟ ਵੀ ਅਵੇਲੇਬਲ ਹੈ। ਯੈਸ, ਉਹ ਸਾਰੀਆਂ ਫੈਸਿਲਿਟੀਜ਼ ਅਵੇਲੇਬਲ। अच्छा, लिफ्टां लगी जी हॉस्पिटल च? यस, कोई भी पेशेंट ਨੂੰ ਇਹ ਨਹੀਂ ਕਿ ਉਹ ਰੇਟ ਤੇ ਖੜਨਾ ਨਹੀਂ, ਨਹੀਂ, ਸਟ੍ਰੈਚਰ ਜਾਣਾ ਜਾਂ ਪੇਸ਼ੈਂਟ ਹੈ ਐਕਸੀਡੈਂਟਲ ਪੇਸ਼ੈਂਟ ਹੈ ਤਾਂ ਉਹਦੇ ਲਈ ਬੈਸਟ ਪਾਰਟ ਹੁੰਦਾ ਹੈ। ਆਜੋ ਇੱਧਰ ਇੱਕ ਵਾਰੀ ਜਿਹੜੇ ਤੁਹਾਡੇ ਹੋਰ ਵਾਰਡਸ ਦੇ ਦੇਖਾਂਗੇ ਜ਼ਰੂਰ। ਸਿਟੀ MRI ਦੇਖਣਾ ਚਾਹੋ? ਹਾਂ ਹਾਂ, ਯੈਸ ਯੈਸ। ਅੱਛਾ, ਸਿਟੀ MRI। ਯੈਸ, ਬਹੁਤ ਸਾਰੇ ਹਸਪੀਟਲ ਹੁੰਦਾ, ਕਈ ਵਾਰੀ ਸਿਟੀ MRI ਪੇਸ਼ੈਂਟ ਨੂੰ ਬਾਹਰ ਜਾਣਾ ਪੈਂਦਾ ਹੈ ਤੇ ਅਸੀਂ ਹਰ ਕੋਈ ਸਿਟੀ MRI ਇਹ ਸਾਰੀ ਫੈਸਿਲਿਟੀ ਇਨ ਹਾਊਸ ਹੀ ਦਿੱਤੀ ਹੋਈ ਹੈ ਪੇਸ਼ੈਂਟ ਦੇ ਲਈ। ਇਹ ਸਾਡੇ VIP ਜਿਸ ਤਰ੍ਹਾਂ ਰੂਮ ਹੈ, ਪ੍ਰਾਈਵੇਟ ਰੂਮ ਹੈ। ਇਹਦੇ ਵਿੱਚ ਇਸ ਤੋਂ ਇਲਾਵਾ ਸਾਡੇ ਕੋਲ ਅਲੱਗ-ਅਲੱਗ ਵਿੰਗ ਜੋ ਕਿ ਕਿਤੇ ਵੀ ਪੋਸੀਬਲ ਨਹੀਂ ਹੈ। NCV ਪੇਸ਼ੈਂਟ ਨੂੰ ਨਸਾਂ ਦੀ ਕੋਈ ਪ੍ਰੋਬਲਮ, EG ਸਿਰ ਦੀ ਨਸਾਂ ਦੀ ਪ੍ਰੋਬਲਮ, ਐਂਡੋ ਬ੍ਰੋਂਕੋ ਜਿਹਨੂੰ ਆਪਾਂ ਕਹਿੰਦੇ ਨੇ ਨਾ ਕੈਮਰਾ ਪਾ ਕੇ ਟੈਸਟ ਕਰਨਾ ਹੈ, ਉਹ ਸਾਰੇ ਇਨ ਹਾਊਸ ਅਵੇਲੇਬਲ ਹੈ ਸਾਡੇ ਇੱਥੇ। NCV ਔਰ EG ਹੁੰਦੀ ਹੈ। ਜਿਵੇਂ ਗੈਸਟੋ ਵਾਲਿਆਂ ਨੂੰ ਪ੍ਰੋਬਲਮ ਆਉਂਦੀ ਹੈ, ਉਹਦਾ ਡਾਕਟਰ ਕਹਿੰਦਾ ਵੀ ਐਂਡੋਸਕੋਪੀ ਕਰਨੀ ਪਏਗੀ, ਉਹ ਵੀ ਰੂਮ ਆਪਣੇ ਕੋਲ ਅਵੇਲੇਬਲ ਹੈ? ਯੈਸ, ਉਹ ਵੀ ਆਪਣੇ ਕੋਲ ਡੇਲੀ ਐਂਡੋਸਕੋਪੀ ਔਰ ਬ੍ਰੋਂਕੋਸਕੋਪੀਜ਼ ਹੁੰਦੀਆਂ। ਫਾਈਬਰੋ ਸਕੈਨ ਜਿਹਦੇ ਵਿੱਚ ਆਪਾਂ ਲੀਵਰ ਦੀ ਜਾਂਚ ਕਰਦੇ ਹਾਂ, ਉਹ ਵੀ ਅਵੇਲੇਬਲ ਹੈ ਨਾ ਆਪਣੇ ਕੋਲ। ਅੱਛਾ, ਫਾਈਬਰੋ ਸਕੈਨ ਵੀ ਇੱਥੇ ਹੁੰਦਾ?
ਐਂਡੋਸਕੋਪੀ ਹੁੰਦੀ ਹੈ, ਮੰਨ ਲਓ ਕੋਈ ਪੇਸ਼ੈਂਟ ਹੈ ਗਲੇ 'ਚ ਕੁਝ ਪੇਟ 'ਚ ਕੁਝ ਚਲਾ ਗਿਆ, ਨਿਕਲ ਲਿਆ ਕਿਸੇ ਨੂੰ, ਆਪਾਂ ਉਹਨਾਂ ਨੂੰ ਐਂਡੋਸਕੋਪੀ ਦੀ ਸਹਾਇਤਾ ਨਾਲ ਨਿਕਾਲ ਸਕਦੇ। ਇਸ ਤੋਂ ਇਲਾਵਾ ਬ੍ਰੋਂਕੋਸਕੋਪ ਵੀ ਆਪਣੇ ਕੋਲ ਹੈ, ਗਲੇ ਦੀ ਕਈ ਵਾਰੀ ਪੇਸ਼ੈਂਟ ਨੂੰ ਇਨਫੈਕਸ਼ਨ ਹੈ, ਟੀਬੀ ਡਿਟੈਕਟ ਕਰਨਾ ਹੈ, ਉਹ ਸਾਰੀਆਂ ਚੀਜ਼ਾਂ ਦੇ ਲਈ ਆਪਣੇ ਕੋਲ ਐਂਡੋਸਕੋਪ, ਬ੍ਰੋਂਕੋਸਕੋਪ ਵੀ ਡੇਲੀ ਆਪਾਂ ਇੱਥੇ ਸਰਵਿਸਿਜ਼ ਦੇ ਸਾਰੀ ਫੈਸਿਲਿਟੀ ਇਹਦੇ ਰੂਮ ਤੇ ਬਿਲਕੁਲ ਬਿਲਕੁਲ ਇਸੇ ਰੂਮ ਡਾਕਟਰ ਸਾਹਿਬ ਵੀ ਦੇਖਦੇ ਨੇ ਬਿਲਕੁਲ। ਗੈਸਟਰੋ ਆਪਣੇ ਕੋਲ ਡਾਕਟਰ ਮੁਨੀਰ ਹੈ, ਡਾਕਟਰ ਪਲਮਨੋਲੋਜਿਸਟ ਹੈ, ਉਹ ਆਪਣੇ ਕੋਲ ਡੇਲੀ ਆਉਂਦੇ। ਓਕੇ, ਹੋਰ ਦੇਖੀਏ ਮੈਡਮ। ਬਿਲਕੁਲ ਬਿਲਕੁਲ। ਇਸ ਤੋਂ ਇਲਾਵਾ ਐਨਸੀਵੀ ਰੂਮ ਹੈ, ਜੋ ਮੈਂ ਤੁਹਾਨੂੰ ਦੱਸ ਰਹੀ ਸੀ ਨਾ ਕਿ ਪੇਸ਼ੈਂਟ ਦੀ ਕੋਈ ਵੀ ਆਪਾਂ ਨਰਵ ਦਾ ਚੈੱਕਅਪ ਕਰਨਾ ਜਾਂ ਕੁਝ ਵੀ ਹੈ, ਹਾਂਜੀ ਠੀਕ ਹੈ, ਉਹਦੇ ਲਈ ਆਪਾਂ ਐਨਸੀਵੀ, ਸਿਰ ਦੀ ਨਸਾਂ ਦੇ ਲਈ ਈਜੀ ਕਰਨਾ, ਉਹ ਵੀ ਆਪਣੀ ਡੇਲੀ ਇੱਥੇ ਹੁੰਦੇ ਟੈਸਟ ਵੀ। ਮੇਰੇ ਖਿਆਲ ਹੈ ਹੋਰ ਹਸਪੀਟਲ ਦੇਖਿਆ ਨਹੀਂ ਆਪਾਂ ਕਿਤੇ ਵੀ। ਨਹੀਂ, ਇੱਥੇ ਫਰਸਟ ਟਾਈਮ ਆਪਾਂ ਸਟਾਰਟ ਕੀਤਾ ਹੋਇਆ ਨਾ, ਬਹੁਤ ਸਾਰੇ ਇਹਦੇ ਚ ਨਸਾਂ ਦਾ ਸੈਂਟਰਸ ਕੀ ਦੇਖਦੇ ਆ ਜੀ? ਕੋਈ ਵੀ ਨਸਾਂ ਦੀ ਬਲੌਕੇਜ ਹੋਏਗੀ, ਪੇਸ਼ੈਂਟ ਚੱਲ ਫਿਰ ਨਹੀਂ ਰਿਹਾ, ਨਸਾਂ ਦਾ ਜਿਵੇਂ ਸੁੰਨਪਨ ਹੋਣਾ ਸ਼ੂਗਰ ਦੇ ਨਾਲ, ਉਹ ਤੋਂ ਆਪਾਂ ਨੂੰ ਪਤਾ ਲੱਗਦਾ ਕੀ ਫਲੋ ਹੈ ਜਾਂ ਨਸਾਂ ਕਿੰਨਾ ਕੰਮ ਕਰ ਰਹੀਆਂ। ਇਸ ਤੋਂ ਇਲਾਵਾ ਈਜੀ ਹੁੰਦੀ ਹੈ, ਸਿਰ ਦੀ ਨਸਾਂ ਦਾ ਟੈਸਟ ਹੈ। ਬਹੁਤ ਸਾਰੇ ਪੇਸ਼ੈਂਟ ਅੱਜਕੱਲ ਮਾਈਗ੍ਰੇਨ ਹੈ, ਸਟ੍ਰੈਸ ਹੈ, ਤੇ ਉਹਦੇ ਲਈ ਸਿਟੀ ਐਮਆਰਆਈ ਦੇ ਵਿੱਚ ਨਹੀਂ ਡਿਟੈਕਟ ਹੋਇਆ ਤੇ ਈਜੀ ਦੇ ਵਿੱਚ ਆਪਾਂ ਉਹ ਚੀਜ਼ਾਂ ਦੇਖ ਸਕਦੇ ਹਾਂ। ਓਕੇ, ਬਹੁਤ ਵਧੀਆ। ਦੇਖੋ ਹਸਪੀਟਲ ਦੇ ਵਿੱਚ ਕੋਈ ਛੱਤ ਥੱਲੇ ਸਾਰੀਆਂ ਸਹੂਲਤਾਂ ਨੇ ਔਰ ਬੜਾ ਵਧੀਆ ਇਹਨਾਂ ਨੇ ਦਿਖਾਇਆ ਸਾਰਾ। ਹੋਰ ਵੀ ਦੇਖਦੇ ਮੈਡਮ ਆਪਾਂ ਕੈਥ ਲੈਬ ਦੇਖਣੀ ਜੀ, ਕਿਹੜੇ ਫਲੋਰ ਤੇ ਹੈ? ਸੈਕੰਡ ਫਲੋਰ ਤੇ ਹੈ, ਗੁਰਦਾਸਪੁਰ ਦੀ ਇੱਕ ਫਰਸਟ ਕੈਥ ਲੈਬ ਹੈ। ਇਸ ਤੋਂ ਇਲਾਵਾ ਕਿਸੇ ਵੀ ਆਸ ਸਾਈਡ ਏਰੀਆ ਤੇ ਕੈਥ ਲੈਬ ਨਹੀਂ, ਕਿਉਂਕਿ ਸਾਨੂੰ ਲੱਗਦਾ ਸੀ ਕਿ ਕਾਰਡੀਓ ਦੀ ਫੈਸਿਲਿਟੀ ਹੋਣਾ ਬੜਾ ਜ਼ਰੂਰੀ। ਬਹੁਤ ਸਾਰੇ ਪੇਸ਼ੈਂਟ ਹੈ ਜੋ ਸਫਰ ਕਰਦੇ ਸੀ। ਮੈਂ ਤੁਹਾਨੂੰ ਇਨੀਸ਼ੀਅਲੀ ਦੱਸਿਆ ਨਾ, ਵਿੰਡੋ ਪੀਰੀਅਡ ਹੁੰਦਾ ਹੈ, ਅਗਰ ਆਪਾਂ ਵਿਦਿਨ 1 ਆਵਰ ਨਹੀਂ ਟ੍ਰੀਟ ਕਰ ਪਾਉਂਦੇ ਜਾਂ 2 ਘੰਟੇ ਜੋ ਸ਼ਾਇਦ ਪੀਰੀਅਡ ਹੈ ਥ੍ਰੋਮਬੋਲਾਈਜ਼ ਨਹੀਂ ਕੀਤਾ, ਤੇ ਕੈਥ ਲੈਬ ਸਾਨੂੰ ਲੱਗਦਾ ਸੀ ਕਿ ਫਸਟ ਪ੍ਰਾਇੋਰਟੀ ਹੈ। ਕਾਫੀ ਪੇਸ਼ੈਂਟਸ ਹੈ ਜੋ ਆਪਣਾ ਟ੍ਰੀਟਮੈਂਟ ਲਈ ਇਨੀਸ਼ੀਅਲੀ ਇੱਥੇ ਕਾਰਡਿਕ ਲਈ ਆਉਂਦੇ ਔਰ ਬਹੁਤ ਅੱਛਾ ਬੈਨੀਫਿਟ ਲੈ ਕੇ ਵੀ ਜਾਂਦੇ। ਈਸੀਐਚ ਠੀਕ ਹੋ ਜਾਂਦੇ ਫਿਰ ਇੱਕ ਘੰਟੇ ਦੇ ਵਿੱਚ ਨਾ। ਥ੍ਰੋਮਬੋਲਾਈਜ਼ ਕਰਨਾ ਇਨ ਕੇਸ ਨਹੀਂ ਲੱਗਦਾ, ਸਟੈਂਟਿੰਗ ਹੋਣੀ ਹੈ ਤੇ ਉਹ ਵੀ ਆਪਣੀ ਫੈਸਿਲਿਟੀ ਅਵੇਲੇਬਲ ਹੈ ਬੇਸਿਕ ਹੈ ਨਾ। ਅੱਛਾ, ਲਿਫਟ ਇੱਕੋ ਹੀ ਹੈ ਜੀ? 2 ਲਿਫਟ ਹੈ ਹਸਪੀਟਲ ਦੇ ਵਿੱਚ, ਇੱਕ ਪੇਸ਼ੈਂਟ ਲਿਫਟ ਹੈ ਜਾਂ 6 ਸਟਾਫ ਲਿਫਟ ਹੈ। ਓਕੇ, ਸੋ ਕੈਥ ਲੈਬ ਮੈਡਮ ਜਿੱਦਾਂ ਪੇਸਮੇਕਰ ਵਗੈਰਾ ਵੀ ਪਾਣਾ ਹੁੰਦਾ? ਯੈਸ, ਪਰਮਾਨੈਂਟ ਔਰ ਟੈਂਪਰੇਰੀ ਪੇਸਮੇਕਰ, ਉਹ ਆਪਣੇ ਦੋਨੋਂ फैसिलिटी आप प्रोवाइड कराना है। माजिद हमें हमारे कार्डियोलॉजिस्ट 24/7 ये अपनी सर्विसेज देते हैं। इसके अलावा डॉक्टर संजय है, डीएम कार्डियो। मैंने आपको पहले बताया ना, गुरदासपुर की फर्स्ट कैथ लैब है। पेशेंट का स्टंटिंग मेरे ख्याल से और किसी हॉस्पिटल में किसी में भी नहीं है। इको होना और पेशेंट का परमानेंट पेसमेकर, टेम्परेरी पेसमेकर, तो सारी फैसिलिटी हम एक ही रूफ के अंडर देते हैं यहाँ पे। अब इनके साथ जुड़ गए हैं, फैसिलिटी देखते हैं, तो फॉलो अप में ओपीडी, इको के लिए बहुत सारे पेशेंट हैं जो अब्रोल हॉस्पिटल के साथ अभी कार्डियो में अपना अभी भी कोई पेशेंट है अंदर में? यस, उनकी सीएजी प्लान है। अच्छा, ਸੋ ਇਹ ਅਬਰੋਲ ਹਸਪੀਟਲ ਦੀ ਕੈਥ ਲੈਬ ਹੈ ਔਰ ਕੈਥ ਲੈਬ ਦੇ ਵਿੱਚ ਰੱਬ ਜ਼ਰੂਰਤ ਨਾ ਪਾਵੇ ਕਿਸੇ ਨੂੰ, ਪਰ ਜੇ ਐਮਰਜੈਂਸੀ ਜ਼ਰੂਰਤ ਹਾਰਟ ਪੇਨ ਚ ਪੈਂਦੀ ਆ ਤਾਂ ਫਿਰ ਫੈਸਿਲਿਟੀ ਪੂਰੀ ਹੈ ਨਾ। ਹੋਰ ਬਾਕੀ ਹੋਰ ਇਹਨਾਂ ਕੋਲ ਫੈਸਿਲਿਟੀ ਦੇਖਣੇ ਕਿਹੜੀ, ਕਿਉਂਕਿ ਬਹੁਤ ਸਾਰੀਆਂ ਫੈਸਿਲਿਟੀਆਂ ਆਪਾਂ ਦੇਖ ਲਈਆਂ ਜਿਹੜੀਆਂ ਸ਼ਾਇਦ ਕਿਸੇ ਹਸਪੀਟਲ ਦੇ ਵਿੱਚ ਗੁਰਦਾਸਪੁਰ ਹੋਣ। ਤੇ ਅੱਜ ਇਸੇ ਕਰਕੇ ਹੀ ਆਪਣੇ ਸਾਰੇ ਫਾਲੋਅਰ ਜਿੰਨੇ ਵੀ ਲੋਕ ਨੇ ਦੇਖਣ ਵਾਲੇ ਗੁਰਦਾਸਪੁਰ ਦੇ, ਉਹਨਾਂ ਨੂੰ ਇਹ ਦੱਸ ਰਹੇ ਕਿ ਅਬਰੋਲ ਹਸਪੀਟਲ ਦੇ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਹੈ, ਕਿਉਂਕਿ ਆਪਾਂ ਕੰਪੈਰੀਜ਼ਨ ਕਰਨਾ ਕਿ ਕਿਹੜੇ ਹਸਪੀਟਲ ਤੇ ਜਾਣਾ ਕਿੱਥੇ ਬੈਸਟ ਹੈ। ਔਰ ਇਹ ਕਿਉਂਕਿ ਇਸ ਕਰਕੇ ਕਿ ਪੇਸ਼ੈਂਟ ਦਾ ਨੁਕਸਾਨ ਨਾ ਹੋਵੇ, ਚਾਹੇ ਕੋਈ ਵੀ ਹੋਵੇ। ਹੋਰ ਵੀ ਮੈਡਮ ਦੇਖਦੇ ਹਾਂ ਜੀ ਆਪਾਂ ਆਈਸੀਯੂ ਦੇ ਫੈਸਿਲਿਟੀਆਂ ਦਾ ਭੰਡਾਰ ਆ ਹਸਪੀਟਲ ਵਿੱਚ। ਯੈਸ, ਅਬਰੋਲ ਹਸਪੀਟਲ ਦੀ ਆਈਸੀਯੂ ਵਾਰਡ ਦੇਖਾਂਗੇ ਜੀ, ਕਿਉਂਕਿ ਇੱਥੇ ਥੋੜੇ ਪ੍ਰੀਕਾਸ਼ਨ ਹੁੰਦੇ ਨੇ ਜਿਹੜੇ ਡਾਕਟਰ ਸਾਹਿਬ ਨੇ ਦੱਸਿਆ। ਔਰ ਆਪਾਂ ਮੈਡਮ ਇਹ ਪਤਾ ਲੱਗਿਆ ਕਿ ਇੱਥੇ ਵੈਂਟੀਲੇਟਰ ਆਪਣੇ ਕੋਲ 12 ਨੇ। यस, वो सिर्फ आईसीयू ਦੇ ਵਿੱਚ ਆਪਣਾ 35 ਬੈਡਡ ਆਈਸੀਯੂ, ਜੋ ਕਿ ਗੁਰਦਾਸਪੁਰ ਦੇ ਵਿੱਚ ਪਹਿਲਾ ਹੈ 35 ਬੈਡਡ ਆਈਸੀਯੂ। 35 ਬੈਡਡ ਆਈਸੀਯੂ? ਯਸ, 35, ਜਿਹਦੇ ਵਿੱਚ ਆਪਾਂ ਸਿਰਫ ਕ੍ਰਿਟੀਕਲ ਇਲ ਪੇਸ਼ੈਂਟ, ਕੋਈ ਸਿਰ ਦੀ ਸੱਟ ਆਪਰੇਟ ਹੋਇਆ ਹੈ, ਰੀੜ ਦੀ ਹੱਡੀ ਦਾ ਆਪਰੇਟ, ਜਾਂ ਪੇਸ਼ੈਂਟ ਕਾਰਡਿਕ ਪੇਸ਼ੈਂਟ, ਨੈਫਰੋ ਪੇਸ਼ੈਂਟ ਹੈ, ਜਿਨ੍ਹਾਂ ਪੇਸ਼ੈਂਟ ਨੂੰ ਜ਼ਿਆਦਾ ਆਬਜ਼ਰਵੇਸ਼ਨ ਦੀ ਨੀਡ ਹੈ, ਉਹ ਆਪਾਂ ਇਸ ਆਈਸੀਯੂ ਬਿਲਕੁਲ वेंटिलेटर फिर मॉनिटरिंग करने वाले फिर अपने को सारे एक्सपर्ट। यस, डॉक्टर जाहिद इज डीएम क्रिटिकल केयर फ्रॉम एम्स डेली। हां हां, यस, हर तरह ਦਾ ਪੇਸ਼ੈਂਟ ਜੋ ਵੀ ਹੈ ਇਹਨਾਂ ਦੀ ਅੰਡਰ ਆਬਜ਼ਰਵੇਸ਼ਨ ਦੇ ਵਿੱਚ ਰਹਿੰਦਾ ਹੈ। ਅੱਛਾ,
तो फिर 12 वेंटिलेटर अपने को 24/7 यस 24/7 डॉक्टर मेडिकल ऑफिसर पूरी फुली फ्लेज टीम है जो इतने डेडिकेटेड रहती है। ओके ਕਿਉਂਕਿ ਮੇਨ ਆਈਸੀਯੂ ਹੁੰਦਾ ਹੈ ਜੋ ਕਿ ਆਪਾਂ ਨੂੰ ਹਰ ਤਰ੍ਹਾਂ ਦੇ ਪੇਸ਼ੈਂਟ ਲਈ ਜ਼ਰੂਰੀ, ਕੋਈ ਵੀ ਪੇਸ਼ੈਂਟ ਆਂਦਾ ਡਾਕਟਰ ਨੇ ਆਪਰੇਟ ਕਰਤਾ ਹੈ, ਪਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਹੁੰਦੀ ਉਹਦੀ ਕ੍ਰਿਟੀਕਲ ਕੇਅਰ ਦੇਣੀ, ਉਹਨੂੰ ਕ੍ਰਿਟੀਕਲ ਕੇਅਰ ਪ੍ਰੋਵਾਈਡ ਕਰਨੀ ਹਸਪੀਟਲ ਦੇ ਲਈ। ਸੋ ਹਰ ਤਰ੍ਹਾਂ ਦਾ ਪੇਸ਼ੈਂਟ ਆਈਸੀਯੂ ਦੇ ਵਿੱਚ ਜੋ ਸਿੱਕ ਹੈ, ਆਬਜ਼ਰਵੇਸ਼ਨ ਦੀ ਨੀਡ ਇੱਥੇ ਆਏਗਾ। ਡਾਕਟਰ ਸਾਹਿਬ ਤੁਹਾਨੂੰ ਅਵਾਰਡ ਵੀ ਮਿਲਿਆ ਇੱਕ? सर अवार्ड हमारा सबसे बड़ा है सर्विस। जो हर दिन और हर घंटे हम एक पेशेंट ट्रीट करते हैं वो हमारा अवार्ड है, वो रिवार्ड है। धार्मिकता भी है, आस्था भी है। इससे पहले कहाँ थे आप? मैं एम्स दिल्ली से पढ़ा हूँ सर, तो उसके बाद मैं यहाँ आया हूँ पंजाब में। यहाँ मैं गुरदासपुर में काम करता हूँ। बहुत सारा प्यार अपने ऑर्गेनाइजेशन से लोगों से मिला है ऑल द टाइम। जैसा मैम बता रहे थे कि अगर आप आज के ज़माने में छोटा शहर भी देखोगे आपको हर वर्ग के डॉक्टर मिलेंगे, शुगर के डॉक्टर, किडनी के डॉक्टर। बट छोटे शहरों में जिस हेल्थ केयर के पर्सपेक्टिव से जिससे आम आदमी मार खाता है, जब वो बहुत सिक होता है, मरने की कगार पे आ गया, अब यहाँ से आप फर्ज करो बंदे को लुधियाना जाना है, जलंधर जाना है, अमृतसर जाना है, फाइनेंशियल लॉस भी काफी होता है। 1 सेकंड क्या है सर, एक बीमारी का गोल्डन आवर होता है। जो 2 बजे किसी को चोट लगी, जो 2 से 3 तक आप कर पाओगे, 4 के बाद आप बेस्ट से उससे बेटर टीम लाओ, वो नहीं कर पाएंगे। एक है ना फायर सर्विस उस मकान को बचा सकती है जिसमें अभी जलने को कुछ रहा है, जो राख बन गया उसमें क्या बचाओगे? तो कहीं ना कहीं उस जगह पहुंचकर राख बना होता है। तो मैं आश्वासन देता हूं कि इधर के लोगों को कोई जरूरत नहीं है लुधियाना आगे वागे कहीं जलंधर शिफ्टिंग की। क्यों? क्योंकि आप प्रॉमिस कर रहे हो फिर आप क्रिटिकल केयर में। मैं आपको वो बताऊंगा व्हाई, रीजन क्या है, मैं आपको उसका एविडेंस है, बेस है। देखो सर, आप शिफ्ट क्यों करना चाहते हो? क्या यहाँ फैसिलिटी नहीं है? क्या यहाँ डॉक्टरों का स्किल नहीं है? ये 2 चीजें हैं ना। और इंफ्रास्ट्रक्चर, जैसे मैनेजमेंट हो गया, क्लिनिकल मैनेजमेंट में डॉक्टर आ गए, मशीनरी आ गई। क्लिनिकल मैनेजमेंट में तो EMC बेंचमार्क है, मतलब जो एडमिनिस्ट्रेटिव मैनेजमेंट है, इसीलिए शॉर्ट टाइम में 11 आप देख रहे हो रिजल्ट पूरे पंजाब में, एक बहुत ही बेंचमार्क मतलब स्टैंडर्ड जो आप कह सकते हो। सेकंड, मैं एम्स दिल्ली से पढ़ा हूँ। मैं आपको अवार्ड कब मिला था वहाँ पे? मुझे कोविड में अवार्ड मिले हैं, मुझे और भी कुछ पुरस्कार मिले हैं। बट चलो मैं आपको जनरली बता रहा हूँ कि पेशेंट के लिए सर डिग्री अवार्ड मैटर नहीं करेगा। पेशेंट को तो लव, अफेक्शन, केयर, डेडिकेशन, उससे फर्क पड़ेगा। कहने की बात यह है, मैं DM क्रिटिकल केयर हूँ। आप नॉर्थ इंडिया में अगर देखोगे बहुत रेयर है। एम्स से तो मुझे लगता है अगर आप 4-5 स्टेट नॉर्दर्न ढूंढोगे 2-3 लोग होंगे अगर होंगे। तो EMC को मैं कुछ तो EMC ने किया होगा कि मैं यहाँ आने पे मजबूर हो गया। वाई? मेरे पास यहाँ सारा कुछ है जो मुझे टॉप क्लास किसी दिल्ली के ICU में मिलेगा। जैसे इक्विपमेंट शायद लोगों को ना आए, मैं अपने लिए बताता हूँ। ब्रोंकोस्कोप हमारे पास है ICU में। हमारे पास डेडिकेटेड अल्ट्रासोनोग्राफी होती है। वेंटिलेटर तो हो गया। इन्वेसिव ब्लड प्रेशर मॉनिटरिंग, जैसे आप कफ से BP देखते हो, तो जब पेशेंट ज्यादा मरीज बीमार होता है, आप अभी देखा 10 मिनट के बाद देखा, बीच में पता नहीं चला, तो टेक्नोलॉजी हमारे पास है। जैसे धड़कन, हर धड़कन में BP आता है, गोल्ड स्टैंडर्ड है, मॉडर्न ICUs में होता है। हमारे पास कैथ लैब साइड में है, कभी भी अटैक आया, स्टंटिंग की जरूरत पड़ी, उसके बाद एक मशीन होती है, प्रेशर हार्ट का ज्यादा फॉल हो, IABP, वो हमारे पास है। हमारे पास स्टेट ऑफ आर्ट EEG हमारे पास है ICU में। जैसे कोई पेशेंट उठता नहीं है, जैसे आप हार्ट की रील करते हो ECG, इसी तरह ब्रेन का EEG होता है। बहुत कम डॉक्टर ये चीज अप्रिशिएट और सेटअप करते हैं कि EEG ICU में कितना जरूरी है। हम यहाँ वो भी कर पाते हैं। तो हमारे पास एक बहुत ही अच्छी टीम है, इक्विपमेंट की कमी नहीं है। मैं दिल्ली एम्स से पढ़ा हूँ, उसके बाद EMC का मैनेजमेंट है। उसको कहते हैं अंग्रेजी में इट इज बेस्ट ऑफ द बोथ वर्ल्ड्स, यहाँ का भी और वहाँ का भी। तो उसके बाद अगर आप शिफ्ट तब भी लेते हो, अब गोल्डन आवर्स आया। तो ये डॉक्टर जाहिद हैं, क्रिटिकल केयर के DM हैं और EMC में सर्विसेज दे रहे हैं, अपनी अच्छी सर्विसेज दे रहे हैं। और आगे डॉक्टर पल्लवी से पूछेंगे कि बड़ा कुछ देख लिया। तो अभी हमारे दूसरा ICU भी दिखाते हैं। अच्छा, अभी ICU है, ज्यादा सिक पेशेंट जैसे होते हैं। अच्छा, तो ये 40 बेड का ICU में हमारे पास 3 पूरा फ्लोर है क्रिटिकल केयर। सारा जो भी ट्रॉमा पेशेंट आ गया, कार्डियक पेशेंट आ गया, वो सब ICU में ट्रीट होना है ना। तो उसके लिए हमारे पास फुली फ्लेज्ड ICU होना नहीं, मतलब उसमें इक्विपमेंट होना चाहिए। वेंटिलेटर, डॉक्टर साहब ने आपको बताया, EG, ब्रोंको, कैथ लैब, वो सारी चीजें मिलके एक ICU बना पाते हैं। कितने लोगों को पता होगा जैसे ट्रॉमा है ना। ट्रॉमा हमारा क्यों? ट्रॉमा वाले पेशेंट ऐसे होते हैं जिनकी किडनी, हार्ट सब कुछ हेल्दी है। यूजुअली अगर आप डेटा भी देखोगे, ये 20 से 40 वर्ग में ज्यादा ट्रॉमा होता है, क्योंकि इसमें एक्टिव ज्यादा, रोड पे भी जवान ही मिलेगा, टक्कर
तो ट्रॉमा हमारा बहुत बड़ा फोकस है। हर मतलब अभी भी अगर आप अस्पताल ढूंढोगे 10-15 पेशेंट हमारे ट्रॉमा के होंगे। तो हम ट्रॉमा पे बहुत फोकस कर रहे हैं। और आपको ये जानकर हैरानी होगी कि मुझे लगता है अगेन नॉर्थ इंडिया में ईएमसी के पास सिंगल जो सर्टिफाइड ट्रॉमा सर्जन है, एमसीएच ट्रॉमा सर्जन, वो ईएमसी में ही विजन है कि एक एमसीएच ट्रॉमा सर्जन अब तो लोगों को फेथ हो गया गुरदासपुर के लोगों को कि यार ये सब पूरी फैसिलिटीज इनके पास हैं, क्योंकि अभी भी लोगों को ये था कि क्योंकि कुछ लोग मिसगाइड भी कर देते हैं जी, और तुसी दे अंबरसर जाओ है ना, या लुधियाने चले जाओ सर। और अब तो सारा देख लिया जी लोगों ने, है ना। आपने एक बात जो बोली मिसगाइड की, अभी हमारा एक बच्चा वहां पे एडमिटेड था, उसको हार्ट एक्सरे पे दिखा के किसी डॉक्टर ने बोला ये सर्जरी कैसे करेंगे, इनको इन्फेक्शन है। समझो वो 2 दिन एजिटेशन और टेंशन में रहे। बट हमारा क्या है यहाँ, ओपनली आप किसी भी अटेंडर से पूछो, मैं ये कहता हूँ आपका परिचय कनाडा में है, यूएस में है, मुझे वहां के बेस्ट डॉक्टर से बात करा लो। हम जो ट्रीटमेंट दे देंगे वो 20 का 20 होगा, 20 का 19 नहीं होगा। क्या बात है। बट जान बचाना भगवान के हाथ में है, हमारे हाथ में। हम ये नहीं कहेंगे हम बचाते हैं, हम 10 दे दोगे तो 10 के 10 बचाएंगे। बट हम एक चीज की गारंटी दे सकते हैं, इलाज की क्वालिटी। फाइल हम नहीं छुपाएंगे, हम मरीज, हम कहते हैं वीडियोग्राफी रख लो, एक एक टेस्ट की रिपोर्ट रख लो अपने पास, ओपन ट्रांसपेरेंट सिस्टम, फाइल टोकेगा नहीं, कोई रोकेगा नहीं। because we are sure whatever the way we are treating, this is as per जो नया नवेला है, वो नहीं 20 साल पहले सीखा हुआ वो चीजें नहीं। तो चलिए, और मैडम पल्लवी से पूरा इन्होंने बताया, बाकी मैडम आगे क्या कहाँ जाएंगे जी? मॉडल और ओटी है हमारे पास, ऑपरेशन थिएटर, ऑपरेशन थिएटर जहाँ पे हम हर तरह के ऑपरेट करते हैं, वो चीजें हैं। बाकी मैंने आपको सारी फैसिलिटीज दिखाई हैं जो भी अवेलेबल है हॉस्पिटल। इमरजेंसी में जो पेशेंट आता है बाहर, जो एक्सीडेंट में आ गया, तो उसको कौन सी टीम है आपकी? कोई टीम का नाम है, कोई कैसा रखा है? क्रिटिकल केयर टीम है, ट्रॉमा टीम है, इमरजेंसी मेडिसिन डॉक्टर, इमरजेंसी मेडिसिन जो 24/7 इमरजेंसी रहेंगे वहाँ पे उन्होंने देखना, साथ में ऑर्थोपेडिक टीम होती है। अच्छा। उसी के साथ मैंने आपको बताया हमारे पास न्यूरो सर्जन, कार्डियो, वो डिपेंड करता है किसकी कॉल है तो उन्होंने जाते ही अटेंड कर देना है। वहाँ से पेशेंट को आईसीयू की नीड है, रूम में शिफ्ट करना, कोई सर्जरी की नीड है, तो वहाँ से इंस्टेंट डिसीजन हो जाता है ताकि पेशेंट का टाइम वेस्ट ना, विद इन दैट शॉर्ट पीरियड ऑफ टाइम हम उस पेशेंट का ट्रीटमेंट कर सके। इमरजेंसी से डिसाइड होना पेशेंट को सर्जरी की नीड है, कोई सिर की सर्जरी है, ट्रॉमा है, हड्डी किसी की टूटी है, पेशेंट को कोई सांप ने काटा है, वेंटिलेटर की नीड है, आईसीयू की नीड है, वो सब कुछ वहाँ से डिसाइड होकर पेशेंट शिफ्ट हो जाना है। मेन पार्ट होता है जो हर हॉस्पिटल की इमरजेंसी होती है, वहाँ पे डॉक्टर्स की अवेलेबिलिटी होती है, फुली इक्विप्ड हॉस्पिटल होना विद पैनल ऑफ डॉक्टर्स, ये दोनों चीजें बड़ी जरूरी हैं। हम बिल्डिंग बना लेते हैं, जाहिद ने बड़ा अच्छा एक्सप्लेन भी किया है, इज वेरी इंटेलिजेंट, तो उनकी नॉलेज है, हमें बड़ा बेनिफिट होता है। मेरे ख्याल से डीएम क्रिटिकल किसी के पास है नहीं पूरे अमृतसर में टीएमसी के पास है, दूसरा अब्रोल हॉस्पिटल में है, किसी के पास यहाँ पे डीएम क्रिटिकल केयर नहीं है, तो उनका हमें बहुत बेनिफिट है। पेशेंट्स को 24/7 यस अवेलेबल यहाँ पे रहते हैं सारे डॉक्टर हमारे पास। ऐसा डॉक्टर पैनल होना हॉस्पिटल के बहुत जरूरी है, जो कि ईएमसी का मेन फोकस होता है कि हमें बिल्डिंग बनानी है, साथ में हेल्थ केयर सर्विसेज हम तभी दे सकते हैं जब आपके पास डॉक्टर पैनल अच्छा हो, उसके अलावा नहीं पॉसिबल होता है। ये डॉक्टर पल्लवी नागपाल यूनिट हेड अब्रोल हॉस्पिटल ਦੇ ਜਿਨ੍ਹਾਂ ਨੇ ਸਾਰਾ ਕੁਝ ਬਰੀਫ ਕਰ ਦਿੱਤਾ ਗੁਰਦਾਸਪੁਰ ਦੇ ਅਬਰੋਲ ਹਸਪੀਟਲ ਦੇ ਵਿੱਚ ਕਿਹੜੀ ਸਹੂਲਤ ਮੈਡਮ ਕੋਈ ਰਹਿ ਤਾਂ ਨਹੀਂ ਗਈ ਜੀ? ऑलमोस्ट रीच एंड एवरीथिंग डन, क्योंकि ऑपरेशन थिएटर दिखाने का कोई फायदा नहीं, ऑपरेशन थिएटर मॉड्यूलर ਇਹਨਾਂ ਨੇ ਦੱਸਿਆ ਕਿ ਸਾਡੇ ਕੋਲ ऑपरेशन थिएटर भी है। अच्छा, स्टाफ कितना जी? स्टाफ नर्सिंग स्टाफ अराउंड अकॉर्डिंग टू पेशेंट है रेशियो 1:2 है। इस तो अलावा फ्रंट ऑफिस, फार्मासिस्ट, कैथ लैब टेक्नीशियन, लैब टेक्नीशियन, हर जो फैसिलिटी है ਉਹਦੇ ਲਈ ਸਟਾਫ ਤੇ ਮੈਂ ਤੁਹਾਨੂੰ ਇਹ ਗੱਲ ਕਿ ਹਰ ਇੱਕ ਜਗ੍ਹਾ ਦੀ ਮੈਨ ਪਾਵਰ ਜ਼ਰੂਰੀ ਹੁੰਦੀ ਹੈ। ਕਿਸੇ ਦਾ ਐਕਸਪੀਰੀਅੰਸ ਕੋਈ ਗਲਤ ਵੀ ਰਿਹਾ ਸਕਦਾ, ਕੋਈ ਚੰਗਾ ਵੀ ਐਕਸਪੀਰੀਅੰਸ ਆ ਸਕਦਾ, ਕਿਉਂਕਿ ਕਮੈਂਟ ਬਾਕਸ ਦੇ ਵਿੱਚ ਬਹੁਤ ਸਾਰੇ ਲੋਕ ਕੁਝ ਸ਼ਰਾਰਤੀ ਲੋਕ ਵੀ ਯੈਸ, ਉਹਦਾ ਹਰ ਇੱਕ ਦਾ ਆਪਣਾ ਓਪੀਨੀਅਨ, ਜੋ ਫ੍ਰੀ ਹੈ ਉਹਨਾਂ ਨੇ ਵੀ। ਦੇਖੋ ਡਾਕਟਰ ਸਾਹਿਬ ਨੇ ਦੱਸਿਆ ਵੀ ਜਾਨ ਬਚਾਣੀ ਰੱਬ ਦੇ ਹੱਥ ਹੈ, ਡਾਕਟਰ ਨੇ ਆਪਣੀ ਕੋਸ਼ਿਸ਼ ਕਰਨੀ ਹੁੰਦੀ ਹੈ ਹਨਾ। ਤੇ ਅਗਰ ਫਿਰ ਵੀ ਹਸਪੀਟਲ ਨੂੰ ਲੈ ਕੇ ਕੋਈ ਚੰਗਾ ਫੀਡਬੈਕ ਹੈ ਤੇ ਤੁਸੀਂ ਉਹਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਤੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਓ। ਧੰਨਵਾਦ।